सतगुरु गुरु ग्रंथ साहिब महाराज सच्चे पातशाह जी की पावन पवित्र गुरबाणी की कथा विचार जो हर रोज़ ही आप संगत दे विच बैठ के विचारण का यतन करते हाँ। आप जी जिथे जिथे भी पावन स्थान के उत्ते सेवा निभा रहे हो ਜਾਂ ਘਰਾਂ ਦੇ ਵਿੱਚ ਬੈਠ ਲਾਈਵ ਦੁਆਰਾ ਸਰਵਣ ਕਰਦੇ ਹੋ, ਯਤਨ ਕਰਿਓ ਕਿ ਜਿਵੇਂ ਅਸੀਂ ਸਰੀਰ ਦੁਆਰਾ ਜੁੜ ਬੈਠੇ ਹਾਂ ਉੱਥੇ ਸਾਡੀ ਮਨ ਕਰਕੇ ਵੀ ਜਿਹੜੀ ਹਾਜ਼ਰੀ ਆ ਉਹ ਗੁਰੂ ਚਰਨਾਂ ਦੇ ਅੰਦਰ ਲੱਗ ਜਾਏ। ਸਾਹਿਬ ਜੀ ਕਿਰਪਾ ਕਰਨ, ਰਹਿਮਤ ਕਰਨ। विचार की आरंभता तो पहला गुरु चरणों का ध्यान करते हुए रसना पवित्र करो, कोई भी रसना वांझी ना रहे। अदब सहित उच्चारण करो जी, सतनाम श्री वाहिगुरु। एक बार फिर उच्चारण करो जी, सतनाम श्री वाहिगुरु जी। सतनाम श्री वाहिगुरु साहिब जी। अनाथ रन्याण उदरले भुख भुख है, माया गैया हाट। आप जी सरवण कर रहे सी अनाथ और सतगुरु महाराज सच्चे पातशाह गुरु अर्जुन देव महाराज जी का सारंग राग का शब्द चल रहा। कल शब्द संपूर्ण नहीं आप कर सके। रहाओ दे बंद तो बाद सतगुरु महाराज सच्चे पातशाह इत्थे उस इंसान की गल कर रहे ने जिहड़ा निंदक इंसान निंदिया कर करके और जमा दे जंजाल दे विच फस जांदा है। ते महाराज सच्चे पातशाह इत्थे कहंदे ने इंसान निंदिया करन वाला, अत्याचार करन वाला, जुल्म करन वाला, गरीबां दे उत्ते जुल्म करदा है, उन्हां दे कोलों खो के अपने पेट दे विच पाउंदा है, अपने खजाने भर रहा है। ते सतगुरां ने बाणी विच भी जिक्र कीता है। महाराज सच्चे पातशाह इहो जे इंसानां दी बाबत कहंदे ने जिहड़ा कोई गरीबां दे उत्थे जुल्म करदा है ना। श्री राग दे विच साहिब जी दे बचन ने महाराज कहन लगे, गरीबा ऊपर जो खिंचे दाड़ी, पार ब्रह्म सा अग्न में साड़ी, पूरा न्याओ करे करतार। गुरमुखो मैं कल भी बेनती की सी, जे इंसान किसी नूं कुछ दे नहीं ना सकता, उहनूं खोण दा भी हक नहीं गा। जे किसी नूं कोई चंगा नहीं कह सकता, उहनूं माड़ा कहण दा भी हक नहीं। जे किसी दी उस्तत नहीं कर सकता, उहनूं निंदिया करन दा भी हक नहीं गा। ते पातशाह ने निंदिया करन वाले इंसान नूं किन्नियां तरकारां लाणतां पाईयां ने। महाराज सच्चे पातशाह कहंदे, निंदक का मुँह काला हुआ दीन दुनिया के दरबार। उहदा मूँह इत्थे भी काला हुंदा, फिटकारां पैंदियां ने, अगे भी मूँह काला हुंदा जी। पर सतगुरु पातशाह कहंदे, मना तू निंदिया ना कर, तू किसी दियां चुगलियां ना कर,
ਤੈਨੂੰ ਤਾਂ ਜਿਹੜੀ ਰਸਨਾ ਦਿੱਤੀ ਹੋਈ ਆ ਨਾ, ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇ ਆ ਤੇਰੇ ਤੇ ਕਿਰਪਾ ਕਰਕੇ ਮਨੁੱਖਾ ਸਰੀਰ ਦਿੱਤਾ ਹੈ, ਤੇ ਇਸ ਸਰੀਰ ਦੇ ਵਿੱਚ ਰਹਿੰਦਿਆਂ ਰਸਨਾ ਦੇ ਨਾਲ ਬਸ ਆਹ ਕਰਮ ਕਰ। ਮਹਾਰਾਜ ਕਹਿੰਦੇ ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਆਪਣੇ ਪਾਰਬ੍ਰਹਮ ਪਰਮੇਸ਼ਰ ਦੀ ਉਸਤਤ ਕਰਨੀ, ਵਡਿਆਈ ਕਰਨੀ, ਰਸਨਾ ਦੇ ਨਾਲ ਬਾਣੀ ਪੜ੍ਹਨੀ, ਔਰ ਹਰ ਇੱਕ ਦੇ ਲਈ ਜ਼ੁਬਾਨ ਤੋਂ ਚੰਗਾ ਬੋਲਣਾ, ਮਿੱਠਾ ਬੋਲਣਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਐਸੇ ਨੇ ਲੋਕ ਗਰੀਬ ਗੁਰਬਿਆਂ ਨੂੰ ਕਹਿੰਦੇ ਦੁੱਖ ਦੇ ਕੇ ਆਪਣਾ ਪੇਟ ਹੀ ਪਾਲਦੇ। ਲੋਕਾਂ ਨੂੰ ਦੁੱਖ ਦੇ ਕੇ ਨਾ ਆਪਣਾ ਪੇਟ ਪਾਲਣਾ। ਤੇ ਇਹੋ ਜਿਹੇ ਇਨਸਾਨਾਂ ਦੇ ਕੋਲੋਂ ਫਿਰ ਅੰਤ ਦੇ ਸਮੇਂ ਜਿਹੜੀ ਮਾਇਆ ਹੁੰਦੀ ਹੈ ਨਾ ਕੋਲ, ਪਾਪਾਂ ਨਾਲ ਇਕੱਠਾ ਕੀਤਾ ਧਨ, ਉਹ ਫਿਰ ਰਹਿੰਦਾ ਨਹੀਂ ਜੀ, ਚਲਿਆ ਜਾਂਦਾ ਹੈ। ਸਰੀਰ ਕਿਹਦਾ ਧਨ ਬਣ ਕੇ ਰਿਹਾ, ਕਿਸੇ ਦਾ ਵੀ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਇਆ ਵੀ ਸਾਥ ਛੱਡ ਜਾਂਦੀ ਹੈ, ਤਿਆਗ ਜਾਂਦੀ ਹੈ ਮਾਇਆ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬਚਨ ਕਰਦੇ ਨੇ, ਸਰਵਣ ਕਰੀਏ ਜੀ। ਕਿਲ ਬਿਖ ਕਰਤ ਕਰਤ ਪਛਤਾਵ ਹੈ, ਕਬਹੂ ਨਾ ਸਕੈ ਛਾਂਟ। ਕਹਿੰਦੇ ਵੱਡੇ ਛੋਟੇ ਪਾਪ ਕਰਮ ਕਰਦਾ, ਕਹਿੰਦੇ ਨਾ ਪਛਤਾਉਂਦਾ ਨਹੀਂ ਇਨਸਾਨ। ਪਾਪ ਕਰਮ ਜਦੋਂ ਕਰਨ ਲੱਗਦਾ ਉਦੋਂ ਫਿਰ ਇਹ ਸੋਚਦਾ ਜੀ ਚਲੋ ਵੀ ਆਪਾਂ ਨੂੰ ਕਿਹੜਾ ਲੋਕ ਦੇਖਦੇ ਆ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਲਿਆ ਇੱਕ ਗੱਲ ਚੇਤੇ ਰੱਖੀ, ਦੇਹ ਇੱਕ ਵਾਰ ਅਣਕ ਪੜਦਾ ਮੈਂ ਪਰਦਾਰਾ ਸੰਗ ਫਾਕੈ, ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ। ਜਦੋਂ ਉਹਨੇ ਲੇਖਾ ਮੰਗਿਆ ਨਾ ਉਹ ਪੁੱਛੇਗਾ ਜ਼ਰੂਰ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ, ਅਮਲ ਸਰਾਨੋ ਲੇਖਾ ਦੇਣਾ, ਆਏ ਦੂਤ ਕਠਨ ਜਮ ਲੈਣਾ। ਪਾਪ ਤਾਂ ਬੜੇ ਕੀਤੇ ਜੀ, ਵੱਡੇ ਵੱਡੇ ਪਾਪ ਵੀ ਕੀਤੇ, ਛੋਟੇ ਤੋਂ ਛੋਟਾ ਪਾਪ ਵੀ ਕਮਾਇਆ। ਦੋ ਚੀਜ਼ਾਂ ਹੁੰਦੀਆਂ ਨੇ ਜੀ, ਇੱਕ ਹੁੰਦਾ ਪਾਪ ਕਰਮ ਤੇ ਇੱਕ ਹੁੰਦਾ ਪੁੰਨ ਕਰਮ। ਵਿਦਵਾਨਾਂ ਦਾ, ਰੱਬ ਦੇ ਪਿਆਰਿਆਂ ਦਾ, ਮਹਾਂਪੁਰਖਾਂ ਦਾ, ਬੰਦਗੀ ਵਾਲਿਆਂ ਦਾ ਇਹ ਕਹਿਣਾ ਹੈ ਕਿ 70 ਗੁਣਾ ਹੀ ਪਾਪ ਫਲਦਾ ਹੈ ਤੇ 70 ਗੁਣਾ ਪੁੰਨ ਫਲਦਾ ਹੈ। ਉਹ ਹਨ ਇਨਸਾਨ ਤੇ ਡਿਪੈਂਡ ਕਰਦਾ ਵੀ ਇਹ ਕਰ ਕੀ ਰਿਹਾ, ਕਮਾਉਂਦਾ ਕੀ ਹੈ। ਪਾਪ ਕਰਮ ਕਮਾਉਂਦਾ ਜਾਂ ਪੁੰਨ ਕਰਮ ਕਮਾ ਰਿਹਾ। ਤੇ ਜਿਹੜਾ ਪੁੰਨ ਕਰਦਾ, ਮਹਾਰਾਜ ਸੱਚੇ ਪਾਤਸ਼ਾਹ 12 ਦੇ ਵਧੀਕ ਸਾਹਿਬ ਦੇ ਬਚਨ ਨੇ, ਪਾਤਸ਼ਾਹ ਕਹਿੰਦੇ ਨੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਇ ਕੇ ਜਾਈ। ਜਿਹੋ ਜਿਹਾ ਇਨਸਾਨ ਨੇ ਬੀਜ ਦਿੱਤਾ, ਧਰਤੀ ਦਾ ਟੁਕੜਾ ਹੈ ਨਾ, ਇਨਸਾਨ ਕਿਸਾਨ ਖੇਤੀ ਕਰਨ ਵਾਲਾ, ਉਸ ਧਰਤੀ ਦੇ ਉੱਤੇ ਜਿਹੋ ਜਿਹਾ ਬੀਜ ਬੀਜਦਾ ਹੈ। ਹੁਣ ਕਣਕ ਬੀਜੀ ਗਈ ਹੈ ਨਾ ਜੀ, ਸਮਾਂ ਆਏਗਾ ਪੱਕੇਗੀ, ਇਹਨੂੰ ਵੱਢਿਆ ਜਾਏਗਾ ਤੇ ਫਲ ਇਹਦਾ ਮਿਲਣਾ ਜ਼ਰੂਰ ਹੈ। ਪਰ ਗੁਰਮੁਖੋ, ਜਿਸ ਇਨਸਾਨ ਨੇ ਕੁਝ ਬੀਜਿਆ ਹੀ ਨਹੀਂਗਾ ਉਹ ਕੀ ਵੱਢ ਲਏਗਾ। ਇਸੇ ਤਰ੍ਹਾਂ ਆ ਜਿਹੜੀ ਸਰੀਰ ਰੂਪੀ ਧਰਤੀ ਹੈ ਨਾ, ਇਸ ਸਰੀਰ ਰੂਪੀ ਧਰਤੀ ਦੇ ਵਿੱਚ ਕਰਮ ਰੂਪੀ ਬੀਜ ਪਾਉਣਾ ਸੀ ਇਨਸਾਨ ਦੇ, ਕਰਮ ਰੂਪੀ ਬੀਜ। ਤੇ ਉਹ ਕਰਮ ਰੂਪੀ ਬੀਜ ਕਿਹੋ ਜਿਹਾ ਪਾਉਣਾ ਸੀ ਜੀ? ਸਤਿਗੁਰੂ ਮਹਾਰਾਜ ਕਹਿੰਦੇ ਇਹਨੇ ਬੀਜਣਾ ਸੀਗਾ ਉਹ ਪਾਰਬ੍ਰਹਮ ਪਰਮੇਸ਼ਰ ਦਾ ਨਾਮ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਬ ਕਲੂ ਆਇਓ ਰੇ, ਇੱਕ ਨਾਮ ਬੋਬਹੋ ਬੋਬਹੋ, ਆਨ ਰੁਤ ਨਾਹੀ ਮਤ ਭਰਮ ਭੁੱਲੋ ਭੁੱਲੋ।
ਤੇ ਪਾਤਸ਼ਾਹ ਕਹਿਣ ਲੱਗੇ ਪਰ ਇਸ ਇਨਸਾਨ ਨੇ ਆਸਾ ਦੀ ਵਾਰ ਦੇ ਵਿੱਚ ਵੀ ਤੁਸੀਂ ਸੁਣ ਕੇ ਹਟਿਓ ਨਾ। ਮਹਾਰਾਜ ਕਹਿੰਦੇ ਹੁਣ ਵੱਤਾ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ। ਜਿਵੇਂ ਕਿਸਾਨ ਖੇਤ ਦੀ ਜ਼ਮੀਨ ਦੀ ਵੱਤ ਆਉਂਦੀ ਹੈ ਨਾ, ਬੱਤਰ ਤੇ ਆ ਜਾਂਦੀ ਹੈ, ਹੁਣ ਪਤਾ ਲੱਗਦਾ ਵੀ ਇਹਨੂੰ ਬੀਜ ਦਿਓ। ਹੁਣ ਕੋਈ ਵੀ ਜੇ ਉੱਤੇ ਜਿਹੋ ਜਿਹੀ ਰੁੱਤ ਹੁੰਦੀ ਹੈ, ਜਦੋਂ ਬੀਜਿਆ ਜਾਂਦਾ ਉਹ ਫਲ ਜਾਂਦਾ ਹੈ। ਜੇ ਰੁੱਤ ਲੰਘ ਜਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਰਤਾ ਬੀਜ ਬੀਜ ਨਹੀਂ ਜੰਮੈ, ਬੇਰੁੱਤਾ ਬੀਜ ਬੀਜਿਆ ਜਾਏ ਉਹ ਫਲਦਾ ਨਹੀਂ, ਉੱਗ ਵੀ ਪਏਗਾ ਫਲ ਨਹੀਂ ਦੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ ਤਿਸੈ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਜੇ। ਬੀਜਣਾ ਸੀ ਇੱਥੇ ਪਰਮਾਤਮਾ ਦਾ ਨਾਮ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਰਠ ਦੇ ਵਿੱਚ ਬਚਨ ਕੀਤਾ। ਪਾਤਸ਼ਾਹ ਕਹਿਣ ਲੱਗੇ ਇਹ ਇਨਸਾਨ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਬੀਜ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਤੇ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਭਉ ਕਰਮ ਕਰ ਜੰਮ ਸੀ। ਪਰਮਾਤਮਾ ਦਾ ਨਾਮ ਬੀਜਣਾ ਸੀ ਜਿਸ ਇਨਸਾਨ ਨੇ ਆ, ਕਿਉਂਕਿ ਇੱਥੇ ਜਿਹੜੀ ਵੱਤ ਦੀ ਗੱਲ, ਇੱਥੇ ਸਰੀਰ ਰੂਪੀ ਧਰਤੀ ਦੀ ਮੈਂ ਬੇਨਤੀ ਕੀਤੀ ਹੈ ਨਾ, ਆ ਮਨੁੱਖਾ ਸਰੀਰ ਇੱਕ ਵੱਤ ਲੱਗੀ ਹੋਈ ਹੈ ਪਰਮਾਤਮਾ ਦਾ ਨਾਮ ਬੀਜਣ ਦੇ ਵਾਸਤੇ। ਜੇ ਕਿਤੇ ਆ ਸਮਾਂ ਹੱਥੋਂ ਲੰਘ ਗਿਆ, ਮਨੁੱਖਾ ਸਰੀਰ ਚਲਿਆ ਗਿਆ ਕੋਲੋਂ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦੇ ਨਾਮ ਤੋਂ ਵਾਂਝਾ ਰਹਿ ਜਾਏਗਾ, ਖੁੰਝ ਜਾਏਗਾ, ਬੜੀ ਮੁਸ਼ਕਲ ਬਣ ਜਾਣੀ ਹੈ ਤੇਰੇ ਲਈ। ਇਨਸਾਨ ਪਰਮਾਤਮਾ ਦੇ ਨਾਮ ਨੂੰ ਇਹਨੇ ਬੀਜਣਾ ਸੀ ਪਰ ਉਹ ਬੀਜਿਆ ਨਹੀਂ ਗਿਆ ਤੇ ਇਹ ਪਾਪ ਕਰਮਾਂ ਦੇ ਵਿੱਚ ਲੱਗ ਗਿਆ। ਕਦੇ ਛੋਟੇ ਪਾਪ ਕਮਾਉਂਦਾ, ਕਦੇ ਵੱਡੇ ਪਾਪ ਕਰਦਾ। ਮਹਾਰਾਜ ਕਹਿੰਦੇ ਪਾਪ ਕਰਮ ਕਰਦਿਆਂ ਨਾ ਇੱਕ ਸਮਾਂ ਐਸਾ ਆ ਜਾਂਦਾ ਹੈ। ਮਹਾਰਾਜ ਕਬੀਰ ਸਾਹਿਬ ਦੇ ਰੂਪ ਦੇ ਵਿੱਚ ਬਚਨ ਕਰਦੇ ਨੇ, ਕਹਿੰਦੇ ਜੋ ਜਮ ਆਏ ਕੇਸ ਗਹਿ ਪਟਕੈ ਤਉ ਦਿਨ ਕਸ਼ਨਾ ਬਸਾਹੇਗਾ। ਕਹਿੰਦੇ ਜਮਾ ਨੇ ਆ ਕੇ ਕਹਿੰਦੇ ਕੇਸਾਂ ਤੋਂ ਫੜ ਲਿਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਬਾਣੀ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਐਸਾ ਬੀਜ ਬੋਏ ਬਾਹਰ ਹੈ ਮਾਸ ਫਲੰਤ। ਕਹਿੰਦੇ ਨਾ ਕਬੀਰ ਸਾਹਿਬ ਜੀ ਕਹਿੰਦੇ ਉਹ ਇਹੋ ਜਿਹਾ ਕਹਿੰਦੇ ਵੀ ਬੀਜ ਪਾਓ ਜਿਹੜਾ 12 ਮਹੀਨੇ 30 ਦਿਨ ਫਲਦਾ ਹੀ ਰਹੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਹੁਣ ਇੱਥੇ ਪੰਛੀ ਕਿਹਾ ਕਿਹਨੂੰ ਜੀ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤਾ ਰਹੇ ਨੇ। ਕਹਿੰਦੇ ਵੀ ਇੱਥੇ ਪੰਛੀ ਕਿਸ ਨੂੰ ਕਿਹਾ? ਆ ਜਿਹੜਾ ਮਨੁੱਖ ਹੈ ਨਾ, ਇਹਨੂੰ ਇੱਕ ਪੰਛੀ ਦੀ ਨਿਆਈ ਦੱਸਿਆ। ਕਬੀਰ ਸਾਹਿਬ ਜੀ ਕਹਿੰਦੇ ਐਸਾ ਬੀਜ ਬੋਏ 12 ਮਾਸ ਫਲੰਤ। ਕਹਿੰਦੇ ਜਿਹੜਾ 12 ਮਹੀਨੇ ਫਲਦਾ ਰਹੇ। ਤੇ ਗੁਰਮੁਖੋ ਪਰਮਾਤਮਾ ਦਾ ਨਾਮ ਜਿਹਨੇ ਬੀਜ ਲਿਆ ਵੱਡੇਗਾ ਵੀ ਉਹੀ। ਇੱਕ ਤਾਂ ਉਹ ਹੁੰਦਾ ਬੀਜ ਜਿਹੜਾ ਪਾਇਆ 6 ਮਹੀਨਿਆਂ ਬਾਅਦ ਕੱਟਿਆ ਜਾਂਦਾ ਹੈ, ਪਰ ਇੱਥੇ ਕੀਤੀ ਗਈ ਹੈ ਪਰਮਾਤਮਾ ਦੇ ਨਾਮ ਦੀ ਗੱਲ। ਜਦੋਂ ਉਹ ਬੀਜਿਆ ਜਾਂਦਾ ਹੈ ਨਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਾਮ ਹੈ ਜਿਸ ਨਾਮ ਦੀ ਬਰਕਤ ਨੂੰ ਜੋ ਇੱਕ ਮਨ ਇੱਕ ਚਿੱਤ ਅਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਕਹਿੰਦੇ ਉਹਦੀ ਬਰਕਤ ਨੂੰ ਉਸ ਬੀਜੇ ਹੋਏ ਨੂੰ ਲੱਖਾਂ ਕਰੋੜਾ ਹੀ ਖਾ ਰਹੇ। ਹੁਣ 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੋ ਮੇਰੇ ਪਾਤਸ਼ਾਹ ਨੇ ਸਾਡੇ ਤੇ ਰਹਿਮਤਾਂ ਕਰਕੇ ਇਹਨਾਂ ਸਾਨੂੰ ਬੀਜ ਕੇ ਦੇ ਕੇ ਗਏ,
सारी दुनिया ही खा रही है जी। पर सतगुरु पातशाह कहते इंसान पाप कर्म करदा होया, टेक इत्थे रखनी गल चल रही है निंदक बंदे दी, क्योंकि इस शब्द दे विच गुरु अर्जुन देव महाराज सच्चे पातशाह ने ना अनदेखा वह बिसुआ के गटाक, अज्ञानता दा अंधेरा होने करके इंसान कहते जहर रूपी निंदिया नूं हर समय खाई जाता। निंदिया वो हुंदी है, मैं कल भी बेनती की सी, किसी इंसान दे प्रति दूसरे दे हिरदे विच ईरख आ जाड़ी, द्वैश आ जानी, साड़ापन आ जाड़ा, ते शिखर ते आप पहुंचण दे वास्ते अपने आप नूं चंगा कहना, दूसरे नूं माड़ा कहना, इहनूं निंदिया रूप कहंदे ने। गुरु अर्जुन देव महाराज सच्चे पातशाह कहंदे ने भी इंसान छोटे वड्डे पाप करदा होया डरदा नहींगा, पछतावा ही नहीं करदा हिरदे विच भी मैं पाप कर्म करे, ते पाप करदा होया अंत नूं जमा दी फंद दे विच फस जांदा है जी। उत्थों फिर निकलना बड़ा मुश्किल है। कबीर साहब जी कह रहे ने, कबीर जम का ठेंगा बुरा है वो ना सहिया जाए, ते जे किते परमात्मा दी बंदगी कीती हुई फिर सतगुरु पातशाह कहंदे ने ना वो जमा दी मार तो बचिया जा सकता है। पर जिन्हां ने कहंदे ना परमात्मा नूं सिमरिया नहीं, हर समय निंदे ही करते रहे ने, पाप कर्म कमाउण तो इंसान टलिया नहींगा। पाप सारी करदे, कोई छोटा करी जांदा, कोई वड्डा करी जांदा। सतगुरु महाराज सच्चे पातशाह गुरु अर्जुन देव महाराज अगे समझा रहे ने। सतगुरु पातशाह फिर इस निंदक दे बारे दसदे हन जी। निंदक जमदूती आए संघारियो, देव है मूंड ऊपर मटाक। ते सतगुरु महाराज सच्चे पातशाह इत्थे मटाक कहंदे ने पटाक नूं, मूंड कहंदे है। कहंदे भी आके ना ऐसे निंदक इंसान नूं सतगुरु महाराज सच्चे पातशाह ने गुरु तेग बहादुर साहब महाराज ताई कह रहे ने, नर अचेत पाप ते डर रे, दीन दयाल सगल है पंजन सरन ताहे तुम पर रे। महाराज सच्चे पातशाह कहंदे भलिया इहो जे पाप कर्म करन तो डर, नर अचेत। इत्थे हुण शब्द वरत्या गुरु तेग बहादुर साहब ने, नर मनुख। पातशाह कहंदे इहो जे पाप करन तो डर जा, क्योंकि ज्यों ज्यों इंसान पाप करता है ना, ये जिन्ने पुण्य फल ने, सत संगत कीती होवे, नाम जपिया होवे, बंद, वो घटदा जांदा जी सब कुछ, क्योंकि पाप ज़्यादा वध गए। जे इंसान ने थोड़े बहुते भी पाप कीते होण, परमात्मा की बंदगी करे, बाणी पढ़े, सेवा करे, सत संगत करे, सिमरन करे, दुनिया दे विच जिथे भी मिल जाए उत्थे सेवा निभावे ना, ते इहदे जिहड़े पाप कर्म ने वो घट जांदे आ, पुण्य फल वध जांदे ने। सतगुरु महाराज सच्चे पातशाह कह रहे ने, जदों ऐसे निंदक नीच नूं कहंदे जमा दे दूत आके कहंदे जकड़ लैंदे आ, फड़ लैंदे ने, फिर पटका के सट्टा मारदे है जी, बहुत दुख दिंदे ने। सतगुरु महाराज सच्चे पातशाह ताई कह रहे हो, कहंदे भलिया बंद की कर। अज नहीं कई इंसान ऐसे आ ना जी, कहंदे जी अग्गा किने देखिया ते खाओ पिओ ऐश करो, गाहां नूं किने देखे है। पर नहीं, रब्बी गुरबाणी दे विच एक ओंकार तो लैके 18 10 20 तक इस मनुख नूं समझाया गया। इहनूं ये दस्सिया गया भी तू संसार दे विच विचरना किवें है।
ਤੂੰ ਇੱਥੇ ਆਇਆ ਸੰਸਾਰ ਦੇ ਉੱਤੇ, ਤੈਨੂੰ ਭੇਜਿਆ ਤੂੰ ਕਰਨ ਦੇ ਵਾਸਤੇ ਕੀ ਆਇਆ? ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿੰਦੇ ਵੀ ਸਿਮਰਨਾ ਹੈ, ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆ ਤੈਨੂੰ ਮਨੁੱਖਾ ਜੀਵਨ ਮਿਲਿਆ, ਇਹ ਮਿਲਿਆ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ। ਉਹ ਸਤ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਨੂੰ ਜਪ ਲੈ, ਬੰਦਗੀ ਕਰ ਲੈ। ਕਬੀਰ ਸਾਹਿਬ ਜੀ ਕਹਿ ਰਹੇ ਨੇ, ਰਾਮ ਸਿਮਰ ਪਛਤਾਹੇਗਾ ਮਨ, ਕਹਿੰਦੇ ਪ੍ਰਮਾਤਮਾ ਦੀ ਬੰਦਗੀ ਕਰ ਲੈ, ਨਹੀਂ ਪਛਤਾਉਣਾ ਪੈ ਜਾਣਾ ਹੈ। ਤੇ ਮੈਂ ਵੀ ਬੇਨਤੀ ਕਰਾਂ, ਲੋਕਾਂ ਨੂੰ ਦਿਖਾਉਣ ਦੇ ਵਾਸਤੇ ਨਹੀਂ ਕਰਨਾ ਵੀ ਮੈਂ ਇੰਨਾ ਪਾਠ ਕਰਦਾ, ਇੰਨੀ ਬੰਦਗੀ ਕਰਦਾ। ਕਈ ਵਾਰ ਐਸਾ ਹੁੰਦਾ ਨਾ ਜੀ, ਸਾਹਮਣੇ ਲੋਕਾਂ ਦੇ ਅੱਖਾਂ ਬੰਦ ਕਰਕੇ ਮਾਲਾ ਫੜ ਕੇ ਬੈਠ ਜਾਂਦੇ, ਪਤਾ ਨਹੀਂ ਕਿੱਡਾ ਬੰਦਗੀ ਵਾਲਾ। ਨਹੀਂ, ਇਹ ਤਾਂ ਜਦੋਂ ਪ੍ਰਮਾਤਮਾ ਦੀ ਬੰਦਗੀ ਕਰਨੀ ਆ, ਸਿਮਰਨ ਕਰਨਾ, ਉਹ ਦੂਸਰੇ ਨੂੰ ਪਤਾ ਹੀ ਨਾ ਲੱਗੇ ਵੀ ਕੀ ਹੋ ਰਿਹਾ ਹੈ। ਪਰਮਾਤਮਾ ਦਾ ਨਾਮ ਟਿਕਾ ਦੇ ਵਿੱਚ ਇਹ ਅਮੋਲਕ ਵਸਤੂ ਹੈ, ਸਭ ਨੂੰ ਦਿਖਾ ਕੇ ਨਹੀਂ ਕੀਤਾ ਜਾਂਦਾਗਾ। ਹੁਣ ਕਈ ਮਹਾਤਮਾ ਦਾ ਆਪਾਂ ਜੀਵਨ ਪੜ੍ਹਦੇ ਆ ਨਾ, ਸੰਤ ਬਾਬਾ ਵੀਰ ਰਮਦਾਸ ਦੀ ਬਧੌਸ਼ੀ ਵਾਲੇ, ਉਹ ਨੰਗਣ ਕਿਉਂ ਰਹਿੰਦੇ ਸਨ? ਕਾਰਨ ਕੀ ਸੀ? ਉਹ ਕਹਿੰਦੇ ਨਾ, ਲੋਕ ਇੱਕ ਮੱਖੀਆਂ ਦੀ ਤਰ੍ਹਾਂ ਨੇ, ਜਿਵੇਂ ਗੁੜ ਦੇ ਉੱਤੇ ਮੱਖੀਆਂ ਆਉਂਦੀਆਂ ਨੇ ਨਾ, ਕਹਿੰਦੇ ਆ ਜਾਂਦੇ, ਸਾਰੇ ਆਉਂਦੇ ਨੇ। ਨੰਗੜ ਰਹਿਣ ਦਾ ਕਾਰਨ ਇੱਕੋ ਸੀ ਵੀ ਚਲੋ ਇਹ ਦੂਰ ਰਹਿਣਗੇ, ਪਰਮਾਤਮਾ ਦੀ ਬੰਦਗੀ ਦਾ ਆਨੰਦ ਦੇ ਵਿੱਚ ਬੈਠਦੇ ਨੇ। ਬ੍ਰਹਮ ਗਿਆਨੀ ਸਾਧੂ ਸਨ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਬਾਣੀ ਦੇ ਵਿੱਚ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਦੱਸਿਆ, ਪਾਤਸ਼ਾਹ ਕਹਿੰਦੇ, ਜਿਨ੍ਹਾਂ ਹਰ ਪਾਇਆ ਤਿਨ੍ਹਾਂ ਸਿਵਾ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਲਿਆ ਨਾ, ਉਹਨਾਂ ਨੇ ਛਪਾਉਣ ਦਾ ਯਤਨ ਕੀਤਾ। ਕੁਰਦੂ ਦਾ ਸ਼ਾਇਰ ਕਹਿੰਦਾ, तेरी खबर पूछूं तो किससे पूछूं, जिन्हें तेरी खबर है वो ही बेखबर है। कहते जिन्हों तेरा पता लग गया ना, वो बेखबर होके बैठ गया, वो किसी दे कोले रौला नहीं पाउंदा भी मेरे कोले रब दा नाम है। पर सतगुरु महाराज सच्चे पातशाह इत्थे कहंदे ने, परमात्मा दी बंदगी करनी सब तो उत्तम है। आ मनुखा शरीर मिलिया ही रब नूं जपण दे लई है। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਤ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਵਰਤਾਉਂਦੇ ਹਨ ਜੀ। ਨਾਨਕ ਆਪਨ ਕਟਾਰੀ ਆਪਸ ਕੌਲਾਈ, ਮਨ ਆਪਣਾ ਕੀਨੋ ਫਾਟ। ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਕਹਿੰਦੇ ਨਿੰਦਕ ਬੰਦੇ ਨਿੰਦਿਆ ਕਰਕੇ, ਕਹਿੰਦੇ ਆਪਣੇ ਪੇਟ ਦੇ ਵਿੱਚ ਨਿੰਦਿਆ ਦੀਆਂ ਛੁਰੀਆਂ ਆਪ ਹੀ ਮਾਰਦੇ। ਨਿੰਦਿਆ ਕਰਨ ਵਾਲਾ ਇਨਸਾਨ ਤੇ ਗੁਰਮਖੋ, ਜਿਸ ਇਨਸਾਨ ਦੀ ਨਿੰਦਿਆ ਹੋ ਰਹੀ ਹੈ ਉਹਦੀ ਤਾਂ ਮੈਲ ਧੋਤੀ ਜਾ ਰਹੀ ਹੈ। ਕਬੀਰ ਸਾਹਿਬ ਕਹਿੰਦੇ ਆ ਨਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ, ਨਿੰਦਕ ਹਮਰੇ ਕੱਪੜੇ ਧੋਏ। ਪਰ ਗੁਰਮਖੋ, ਜਿਸ ਇਨਸਾਨ ਨੇ ਆਪਣੀ ਜੀਭ ਦੇ ਨਾਲ ਨਿੰਦਿਆ ਕੀਤੀ ਹੈ, ਨਿੰਦਿਆ ਕਰ ਕਰਕੇ ਕਹਿੰਦੇ ਆਪਣੇ ਅੰਦਰ ਇੰਨਾ ਕੁਝ ਜਮਾ ਕਰ, ਉਹ ਆਪਣੇ ਪੇਟ ਦੇ ਵਿੱਚ ਆਪ ਹੀ ਨਿੰਦਿਆ ਦੀਆਂ ਛੁਰੀਆਂ ਮਾਰੀ ਜਾਂਦਾ ਹੈ। ਨਿੰਦਕ ਕਹਿੰਦੇ ਵੀ ਆਪਣੇ ਆਪ ਹੀ, ਕਹਿੰਦੇ ਆਪਣੇ ਆਪ ਨੂੰ ਫਟੜ ਕਰ ਲੈਂਦਾ ਹੈ। ਫਿਰ ਜਿੱਥੇ ਵੀ ਬੈਠਦਾ ਨਾ ਕੋਈ ਨਿੰਦਕ ਬੰਦਾ ਇਨਸਾਨ ਬੈਠਦਾ, ਉੱਥੇ ਲੋਕ ਪਾਸਾ ਵੱਟ ਜਾਂਦੇ, ਇਹ ਤਾਂ ਨਿੰਦਿਆ ਕਰਨ ਵਾਲਾ, ਇਹਦੇ ਕੋਲੇ ਬੈਠਣ ਦਾ ਕੀ ਫਾਇਦਾ, ਇਹਦੇ ਕੋਲੇ ਬੈਠਣ ਦਾ ਕੋਈ ਫਾਇਦਾ ਨਹੀਂ, ਆਪਣੀ ਸੁਣੇਗਾ ਅੱਗੇ ਜਾ ਕੇ ਫਿਰ ਕਿਸੇ ਕੋਲੇ ਕਹੇਗਾ। ਗੁਰਮਖੋ, ਨਿੰਦਕ ਬੰਦੇ ਦਾ ਇਸ ਦੁਨੀਆ ਦੇ ਵਿੱਚ ਵੀ ਮੂੰਹ ਕਾਲਾ ਹੁੰਦਾ ਤੇ ਅੱਗੇ ਵੀ ਯਮਾਂ ਦੇ ਵੱਸ ਪੈ ਜਾਂਦਾ ਨਿੰਦਿਆ ਕਰਨ ਵਾਲਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਨਿੰਦਿਆ ਕਰਨ ਵਾਲੇ ਇਨਸਾਨ ਦੀ ਦਵਾਈ ਕਿਤੋਂ ਨਹੀਂ ਮਿਲਦੀ। ਕੀ
ਪਰ ਮੇਰੇ ਪਾਤਸ਼ਾਹ ਨੇ ਤਰਸ ਕਰਕੇ ਨਿੰਦਕ ਨੂੰ ਵੀ ਇੱਕ ਰਸਤਾ ਦੇ ਦਿੱਤਾ। ਤਰਸ ਕਰਕੇ ਦਾ ਗੁਰੂ ਸਾਹਿਬ ਨੇ ਪਹਿਲਾਂ ਦਾ ਬਚਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭੇ ਔਖਦ ਕੀਤਿਆਂ ਨਿੰਦਕ ਕਾ ਦਾਰੂ ਨਾ, ਇਹ ਕਹਿੰਦੇ ਤਾਂ ਇਹਦੀ ਦਵਾਈ ਹੈ ਨਹੀਂ ਕਿਤੇ। ਪਰ ਜੇ ਨਿੰਦਿਆ ਕਰਨ ਵਾਲੇ ਦੇ ਮਨ ਦੇ ਵਿੱਚ ਇਹ ਅਹਿਸਾਸ ਹੋ ਜਾਏ ਵੀ ਮੈਂ ਗਲਤ ਕਰ ਰਿਹਾ, ਪਾਪ ਕਰ ਰਿਹਾ, ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜੇ ਤੂੰ ਮੇਰੇ ਘਰ ਦੇ ਵਿੱਚ ਆਏਗਾ ਨਾ ਤੇ ਤੇਰੇ ਲਈ ਵੀ ਛੁਟਕਾਰੇ ਵਾਸਤੇ ਕਹਿੰਦੇ ਵੀ ਆਹ ਸਾਧਨ ਹੈ, ਤੇਰਾ ਭਲਾ ਹੋ ਸਕਦਾ ਹੈ, ਤੂੰ ਤਰ ਸਕਦਾ, ਤੇਰਾ ਛੁਟਕਾਰਾ ਹੋ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਕਹਿੰਦੇ ਰੱਬ ਦੇ ਪਿਆਰੇ ਦੀ ਸਾਧੂ ਦੀ ਸੰਗਤ ਕਰੇਗਾ, ਜਾਂ ਇੱਥੇ ਆਪਾਂ ਬਹੁਵਚਨ ਵਰਤ ਲਈਏ ਸਤ ਸੰਗਤ ਦੇ ਵਿੱਚ ਆ ਕੇ ਬੈਠੇਗਾ, ਗੁਰੂ ਦੀ ਗੱਲ ਤੇਰੇ ਕੰਨ ਦੇ ਵਿੱਚ ਪਏਗੀ, ਪ੍ਰਮਾਤਮਾ ਦਾ ਨਾਮ ਜਪੇਗਾ, ਬੈਠ ਸਤ ਸੰਗਤ ਕਰੇਗਾ। ਤੇ ਸਤ ਸੰਗਤ ਦਾ ਸਭ ਤੋਂ ਵੱਡਾ ਕਹਿੰਦੇ ਵੀ ਇਹ ਆਪਾਂ ਇੱਕ ਫਾਰਮੂਲਾ ਕਹਿ ਦਈਏ, ਸਤ ਸੰਗਤ ਦਾ ਸਭ ਤੋਂ ਵੱਡਾ ਸਿਧਾਂਤ ਕਹਿ ਦਈਏ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਦੇ ਵਿੱਚ ਆ ਕੇ ਤਰ ਜਾਂਦਾ ਇਨਸਾਨ, ਭਲਾ ਹੋ ਜਾਂਦਾ ਸਤ ਸੰਗਤ ਕਰਨ ਵਾਲੇ ਦਾ। ਮੇਰੇ ਸਾਹਿਬ ਜੀ ਕਿਰਪਾ ਕਰਦੇ ਆ ਇਸ ਤਰ੍ਹਾਂ ਕਹਿੰਦੇ ਵੀ ਨਿੰਦਿਆ ਕਰਨ ਵਾਲਾ ਇਨਸਾਨ ਆਪਣੇ ਆਪ ਦੇ ਵਿੱਚ ਕਹਿੰਦੇ ਵੀ ਆਪਣੇ ਸਰੀਰ ਦੇ ਵਿੱਚ ਇਹੋ ਜੀਆਂ ਛੁਰੀਆਂ ਮਾਰਦਾ, ਆਪਣੇ ਆਪ ਹੀ ਕਹਿੰਦੇ ਫੱਟੜ ਹੋ ਜਾਂਦਾ। ਤੇ ਨਿੰਦਕ ਬੰਦੇ ਦੀ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਵੀ ਕਿਰਪਾ ਕਰ ਰਹੇ ਹੈ। ਨਿੰਦਾ ਨਿੰਦਕ ਨੂੰ ਹੀ ਮਾਰ ਦਿੰਦੀ ਹੈ। ਨਿੰਦਿਆ ਜਿਹੜਾ ਇਨਸਾਨ ਕਰਦਾ ਹੈ ਨਾ, ਨਿੰਦਿਆ ਨਿੰਦਕ ਬੰਦੇ ਨੂੰ ਹੀ ਮਾਰ ਦਿੰਦੀ ਹੈ, ਉਹਦਾ ਘਾਤ ਕਰ ਦਿੰਦੀ ਹੈ ਨਿੰਦਿਆ ਕਰਨ ਵਾਲੇ ਦਾ। ਜੋ ਅੱਗੇ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਸਰਵਣ ਕਰੀਏ ਜੀ। ਸਾਰਗ ਮਹਲਾ ਪੰਜਵਾ। ਸਾਰੰਗ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਬਚਨ ਉਚਾਰਨ ਕਰਦੇ ਹਨ। ਟੂਟੀ ਨਿੰਦਕ ਕੀ ਆਦ ਬੀਜ। ਹੁਣ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਟੂਟੀ ਦਾ ਅਰਥ ਹੈ ਜੀ ਟੁੱਟ ਗਈ। ਮੈਂ ਇੱਥੇ ਫਿਰ ਬੇਨਤੀ ਕਰਾਂ, ਟੂਟੀ ਆ ਨਹੀਂ ਪਾਣੀ ਵਾਲੀ ਟੂਟੀ ਨਹੀਂ, ਇੱਥੇ ਟੂਟੀ ਦਾ ਅਰਥ ਹੈ ਜੀ ਨਾਸ ਹੋ ਜਾਂਦੀ ਹੈ। ਨਾਸ ਕੀ ਹੋ ਗਈ? ਆ ਜਿਹੜੀ ਸਵਾਸਾਂ ਦੀ ਤਾਰ ਚੱਲਦੀ ਆ ਨਾ, ਜਿਹੜੇ ਪ੍ਰਮਾਤਮਾ ਨੇ ਸਵਾਸ ਬਖਸ਼ੇ ਨੇ, ਇਹ ਸਵਾਸਾਂ ਦੀ ਤਾਰ ਟੁੱਟ ਜਾਂਦੀ ਹੈ। ਕਹਿਣ ਤੋਂ ਭਾਵ ਨਿੰਦਿਆ ਕਰਨ ਵਾਲੇ ਬੰਦੇ ਦੀ ਉਮਰ ਹੀ ਖਤਮ ਹੋ ਜਾਂਦੀ ਹੈ। ਛੋਟੀ ਉਮਰ ਦੇ ਵਿੱਚ ਨਿੰਦਿਆ ਕਰਨ ਲੱਗ ਪਏ, 10-20 ਸਾਲ ਮਸਾ ਕੱਢਦਾ ਜੀ, ਮਰ ਜਾਂਦਾ। ਕਿਉਂਕਿ ਲੋਕ ਵਾਰ-ਵਾਰ ਦੇਖਦੇ ਆ ਨਾ, ਨਿੰਦਿਆ ਇੱਕ ਵਾਰ ਕਰੇਗਾ ਬਖਸ਼ ਦੇਣਗੇ, 2 ਵਾਰ ਕਰੇਗਾ, ਕਈ ਵਾਰ ਜਦੋਂ ਵਾਰ-ਵਾਰ ਬੋਲੀ ਜਾਓ ਲੋਕ ਕਹਿੰਦੇ ਤਾਂ ਇਹਨੂੰ ਮੁਕਾਓ, ਪਰ ਮਾਰ ਦੇਵੋ, ਕੀ ਕਰਾਉਣਾ ਇਹੋ ਜੇ ਤੋਂ। ਗੁਰਮੁਖੋ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਜਿਹੜਾ ਕਰਦਾ, ਕੋਈ ਸੰਤਾਂ ਦੀ ਨਿੰਦਿਆ ਕਰਦਾ। ਸੁਖਮਨੀ ਸਾਹਿਬ ਦੇ ਵਿੱਚ ਦੇਖ ਲਓ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾੜੀ ਵਿੱਚ ਜ਼ਿਕਰ ਕਰਦੇ ਆ, ਕਿੰਨੀ ਜਗ੍ਹਾ ਦੇ ਉੱਤੇ ਕਿਹੋ ਕਹਿੰਦੇ ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਕਹਿੰਦੇ ਵੀ ਆ ਜਿਹੜਾ ਸੰਤਾਂ ਦਾ ਦੁਖੀ ਹੈ, ਰੱਬ ਦੇ ਪਿਆਰਿਆਂ ਦਾ ਜਿਹੜਾ ਦੁਖੀ ਹੈ ਨਾ, ਸੰਤਾਂ ਦੀ ਨਿੰਦਿਆ ਕਰਨ ਵਾਲਾ, ਉਹ ਸੰਸਾਰ ਤੇ ਜ਼ਿਆਦਾ ਸਮਾਂ ਰਹਿੰਦਾ ਨਹੀਂ, ਮੌਤ ਹੋ ਜਾਂਦੀ ਹੈ ਜੀ, ਮਰ ਜਾਂਦੇ ਨੇ ਸੰਤਾਂ ਦੀ ਨਿੰਦਿਆ ਕਰਨ ਵਾਲੇ। ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਨਾ ਸੰਤ ਮਹਾਤਮਾ ਦੀ ਨਿੰਦਿਆ ਕਰਨ ਵਾਲਾ ਕਹਿੰਦੇ ਨਿੰਦਕ ਅੱਧ ਖੜ ਉਮਰ ਦੇ ਵਿੱਚ ਹੀ ਖੱਪ ਮਰ ਜਾਂਦਾ ਹੈ, ਜ਼ਿਆਦਾ ਲੰਬੀ ਆਰਜ਼ੂ ਨਹੀਂ ਭੋਗਦਾਗਾ, ਮਰ ਜਾਂਦੇ ਨੇ, ਚਲੇ ਜਾਂਦੇ ਆ ਸੰਸਾਰ ਤੋਂ। ਆਏ ਸਨ ਜੀਵਨ ਲੈ ਕੇ, ਪਰ ਜਿਹੜਾ ਉਹਨਾਂ ਦਾ ਜਨਮ ਸੀ ਨਿੰਦਿਆ ਦੇ ਵਿੱਚ ਹੀ ਚਲਾ ਗਿਆ।
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿੰਦਿਆ ਦੇ ਵਿੱਚ ਇਨਸਾਨ ਦਾ ਜੀਵਨ ਚੱਲਿਆ ਗਿਆ ਤੇ ਜਿਹੜਾ ਆ ਸਰੀਰ ਮਿਲਿਆ ਸੀ ਪਰਮਾਤਮਾ ਦੀ ਬੰਦਗੀ ਦੇ ਲਈ। ਪਾਤਸ਼ਾਹ ਕਹਿੰਦੇ ਵਿਅਰਥ ਚੱਲਿਆ ਗਿਆ ਕਿਵੇਂ ਜੀ? ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਵਿਅਰਥ ਚਲਿਆ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਐ। ਸਤਿਗੁਰੂ ਕਹਿੰਦੇ ਨਿੰਦਿਆ ਕਰਨ ਵਾਲਾ ਇਨਸਾਨ ਉਹ ਤਾਂ ਨਰਕਾਂ ਨੂੰ ਚਲਿਆ ਗਿਆ, ਪਰ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਜੀ, ਜਨ ਕਾ ਰਾਖਾ ਆਪ ਸੁਆਮੀ, ਬੇਮੁਖ ਕਾ ਆਏ ਪਹੁੰਚੀ ਮੀਚ। ਹੁਣ ਇੱਥੇ ਸ਼ਬਦ ਦੀ ਜਿਹੜੀ ਆਰੰਭਤਾ ਤੋਂ ਅਗਲੀ ਜਿਹੜੀ ਪੰਕਤੀ ਹੈ ਇਹਦਾ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਰਤਿਆ ਜੀ ਜਨ। ਜਾਂ ਮਹਾਰਾਜ ਨੇ ਇਕੱਲਾ ਇਉਂ ਨਹੀਂ ਕਿਹਾ ਵੀ ਇਕੱਲਾ ਸਿੱਖ ਵਰਤਿਆ, ਜਾਂ ਹਿੰਦੂ ਕਿਹਾ ਹੋਵੇ, ਜਾਂ ਮੁਸਲਮਾਨ, ਜਾਂ ਜੈਨੀ, ਬੋਧੀ, ਈਸਾਈ, ਨਹੀਂ। ਇੱਥੇ ਸ਼ਬਦ ਵਰਤਿਆ ਗਿਆ ਜਨ। ਦੋ ਸ਼ਬਦ ਆਉਂਦੇ ਨੇ ਨਾ ਜੀ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸੋਰਠ ਰਾਗ ਦਾ ਬਚਨ ਹੈ। ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ, ਉੱਥੇ ਨਰ ਵਰਤਿਆ ਗਿਆ, ਇੱਥੇ ਜਨ ਵਰਤਿਆ। ਜਨ ਤੇ ਨਰ। ਨਰ ਜਿਹੜਾ ਇਨਸਾਨ ਹੈ ਇਹ ਵੀ ਮਨੁੱਖਤਾ ਦੇ ਲਈ ਵਰਤਿਆ ਹੋਇਆ ਜੀ। ਉਹ ਕੋਈ ਵੀ ਹੋ ਸਕਦਾ ਹੈ, ਕਿਸੇ ਵੀ ਧਰਮ ਦਾ ਹੋ ਸਕਦਾ ਹੈ, ਕਿਸੇ ਵੀ ਸਟੇਟ ਦਾ, ਕਿਸੇ ਦੇਸ਼ ਦਾ, ਕਿਤੋਂ ਦਾ ਵੀ ਹੋ ਸਕਦਾ ਹੈ। ਤੇ ਜਿਹੜਾ ਇੱਥੇ ਜਨ ਸ਼ਬਦ ਵਰਤਿਆ ਗਿਆ, ਉਹ ਜਨ ਉਹ ਕੋਈ ਵੀ ਹੋ ਸਕਦਾ ਜੀ। ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਜੈਤ ਸ੍ਰੀ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ, ਕੋਈ ਜਨ ਹਰਸਿਉ ਦੇਵੈ ਜੋਰ। ਹੁਣ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਹੋਵੇ ਜੀ, ਉਹ ਭਾਵੇਂ ਕਿਸੇ ਵੀ ਧਰਮ ਦਾ, ਗੱਲ ਤਾਂ ਉਹ ਆ ਨਾ ਵੀ ਰੱਬ ਦੀ ਗੱਲ ਕਰਦਾ ਵੀ ਆਪਾਂ ਨੂੰ ਰੱਬ ਨਾਲ ਜੋੜਨ ਵਾਲਾ ਕੌਣ ਹੈ। ਤੇ ਮੈਂ ਇੱਥੇ ਇੱਕ ਫੇਰ ਬੇਨਤੀ ਕਰਾਂ, ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਜੋੜਨ ਦੇ ਵਾਸਤੇ ਇੱਕ ਮਹਾਤਮਾ ਦੀ, ਗੁਰਮੁਖ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਦੋ ਪਰਿਵਾਰਾਂ ਨੂੰ ਜੋੜਨ ਦੇ ਲਈ ਇੱਕ ਵਿਚਾਲੇ ਵਿਚੋਲਾ ਪਾਇਆ ਜਾਂਦਾ ਹੈ ਨਾ, ਆ ਜਗਿਆਸੂ ਪ੍ਰਮਾਤਮਾ ਦੇ ਨਾਲ ਉਦੋਂ ਜੁੜਦਾ ਜਦੋਂ ਇਹ ਕਿਸੇ ਦੀ ਸੰਗਤ ਕਰੇਗਾ, ਕਿਉਂਕਿ ਇਹਨੂੰ ਸੰਗਤ ਦੇ ਵਿੱਚ ਪਤਾ ਲੱਗਣਾ ਵੀ ਪ੍ਰਮਾਤਮਾ ਦੀ ਬੰਦਗੀ ਕੀਤੀ ਕਿਵੇਂ ਜਾਂਦੀ ਹੈ ਤੇ ਮੇਰਾ ਗੁਰੂ ਖੁਸ਼ ਕਿਵੇਂ ਹੋਏਗਾ। ਇੱਕ ਬੇਨਤੀ ਹੋਰ ਕਰਾਂ, ਕਿਤਾਬਾਂ ਦੁਕਾਨਾਂ ਤੋਂ ਬੜੀਆਂ ਮਿਲ ਜਾਂਦੀਆਂ ਨੇ, ਪਰ ਬੱਚੇ ਨੂੰ ਸਕੂਲ ਕਿਉਂ ਭੇਜਦੇ ਆ? ਕਿਉਂਕਿ ਜਦ ਤੱਕ ਉਹਦੇ ਸਰਟੀਫਿਕੇਟਾਂ ਦੇ ਉੱਪਰ ਸਰਕਾਰੀ ਮੋਹਰ ਨਹੀਂ ਲੱਗਦੀ, ਸਾਈਡ ਨਹੀਂ ਹੁੰਦੇ, ਉਹ ਭਾਵੇਂ ਜਿੰਨੀਆਂ ਘਰ ਦੇ ਵਿੱਚ ਬੈਠ ਕੇ ਮਰਜ਼ੀ ਡਿਗਰੀਆਂ ਡਿਪਲੋਮੇ ਕਰ ਲਏ, ਪਰ ਜਦ ਤੱਕ ਉਹਦੇ ਕੋਲੇ ਪ੍ਰੂਫ ਨਹੀਂ ਨਾ ਵੀ ਮੈਂ ਆਹ ਕੁਝ ਸਕੂਲਾਂ ਦੇ ਵਿੱਚ ਰਹਿ ਕੇ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ, ਉਹਨੂੰ ਨੌਕਰੀ ਨਹੀਂ ਮਿਲਦੀ। ਕੀ ਗੁਰਮੁਖੋ, ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚਣ ਦੇ ਵਾਸਤੇ, ਉਹ ਪ੍ਰਮਾਤਮਾ ਨੂੰ, ਰੱਬ ਨੂੰ ਮਿਲਣ ਦੇ ਲਈ ਤੁਸੀਂ ਆਦਿ ਕਾਲ ਤੋਂ ਜਦ ਤੋਂ ਇਹ ਦੁਨੀਆ ਸ਼ੁਰੂ ਹੋਈ ਹੈ, ਇਤਿਹਾਸ ਦੇ ਪੰਨੇ, ਭਾਵੇਂ ਉਹ ਕਿਸੇ ਵੀ ਧਰਮ ਦਾ ਗ੍ਰੰਥ ਹੈ, ਉਹਨੂੰ ਪੜ੍ਹ ਕੇ ਦੇਖੋ, ਹਰ ਇੱਕ ਨੂੰ ਗੁਰੂ ਦੀ ਜ਼ਰੂਰਤ ਪਈ ਹੈ, ਹਰ ਇੱਕ ਨੂੰ। ਤੇ ਇਹ ਧਿਆਨ ਦੇ ਵਿੱਚ ਰੱਖਣਾ, ਭਾਈ ਬਿਧੀ ਚੰਦ ਚੋਰੀਆਂ ਕਰਦੇ ਸੀ ਜੀ, ਜਿਹੜਾ ਪਹਿਲਾ ਜਨਮ ਸੀ ਇਹਨਾਂ ਦਾ। ਤੇ ਜਿਸ ਦਿਨ ਭਾਈ ਅਦਲੀ ਦੀ ਸੰਗਤ ਕੀਤੀ ਤੇ ਭਾਈ ਅਦਲੀ ਨੇ ਆਪਣੇ ਨਾਲ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਲੈ ਗਏ। ਮਹਾਰਾਜ ਪੰਜਵੇਂ ਪਾਤਸ਼ਾਹ ਦੀ ਸੰਗਤ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਫੌਜਾਂ ਦੇ ਜਰਨੈਲ ਰਹੇ। ਜੋੜਨ ਵਾਲਾ ਹੋਵੇ ਜੀ ਕੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਮੈਂ ਇੱਥੇ ਬੇਨਤੀ ਕਰ ਰਿਹਾ ਸਾਂ, ਸ਼ਬਦ ਵਰਤਿਆ ਗਿਆ ਜਨ। ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੋਵੇ, ਉਹ ਭਾਵੇਂ ਕਿਸੇ ਵੀ ਧਰਮ ਦਾ ਹੈ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੇਗਾ ਨਾ, ਬੰਦਗੀ ਕਰੇਗਾ, ਫਿਰ ਉਹਦਾ ਇੱਕੋ ਹੀ ਆਸਰਾ ਹੁੰਦਾ ਜੀ, ਪਰਮੇਸ਼ਰ। ਬੰਦਗੀ ਕਰਨ ਵਾਲੇ ਦਾ ਨਾ ਇੱਕੋ ਹੀ ਆਸਰਾ ਰੱਬ ਹੈ ਨਾ, ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਹੈ। ਦੋ ਚਾਰ ਉਦਾਹਰਨਾਂ ਨੇ, ਇਤਿਹਾਸਕ ਪੱਖ ਤੋਂ ਆਪਾਂ ਸੌਖਾ ਸਮਝ ਜਾਵਾਂਗੇ।
ਇੱਕ ਵਕਤ ਉਹ ਸੀ ਨਰਸੀ ਬ੍ਰਾਹਮਣੀ ਪਿੰਡ ਹੈ ਜੀ, ਭਗਤ ਨਾਮਦੇਵ ਜੀ ਦਾ। ਪੁੰਡਰਪੁਰ ਸ਼ਹਿਰ ਦੇ ਵਿੱਚ ਨਾ ਹੰਗੋਲੀ ਜ਼ਿਲ੍ਹਾ ਪੈਂਦਾ, ਹਜੂਰ ਸਾਹਿਬ ਤੋਂ 70 ਕਿਲੋਮੀਟਰ ਸਾਈਡ ਤੇ ਹੈ। ਇੱਥੇ ਬਹੁਤ ਸਾਰੇ ਮੰਦਿਰ ਅਡੇ। ਭਗਤ ਨਾਮਦੇਵ ਜੀ ਆਪਣੇ ਘਰ ਤੋਂ ਜਦੋਂ ਤੁਰੇ ਆ ਨਾ, ਬਾਣੀ ਵਿੱਚ ਜ਼ਿਕਰ ਆਇਆ, ਹਸਤ ਖੇਲਤ ਤੇਰੇ ਦਿਉਰੇ ਆਇਆ। ਹੱਸਦਾ ਖੇਡਦਾ ਦਿਉਰੇ ਦੇ ਵਿੱਚ ਮੰਦਿਰ ਵਿੱਚ ਆ ਕੇ ਬੈਠ ਗਏ। ਪਰਮਾਤਮਾ ਦੀ ਬੰਦਗੀ ਕਰਦੇ ਆ, ਸਿਮਰਨ ਕਰਦੇ ਨੇ। ਤੇ ਜਿਹੜੇ ਹੁਣ ਮੰਦਿਰ ਦੇ ਪੁਜਾਰੀ ਸਨ ਜੀ, ਉਹਨਾਂ ਦੇ ਅੰਦਰ ਗੱਲ ਹੀ ਇੱਕੋ ਚੱਲਦੀ ਹੈ ਵੀ ਰੱਬ ਦੀ ਜੋ ਬੰਦਗੀ ਕਰ ਸਕਦੇ ਆ ਅਸੀਂ ਕਰ ਸਕਦੇ ਹਾਂ, ਹੋਰ ਕੋਈ ਕਰ ਹੀ ਨਹੀਂ ਸਕਦਾਗਾ। ਧੱਕੇ ਮਾਰੇ, ਆਪ ਸ਼ਬਦ ਵੀ ਬੋਲੇ, ਮੰਦਿਰ ਦੇ ਵਿੱਚੋਂ ਬਾਂਹ ਫੜ ਕੇ ਬਾਹਰ ਕੱਢ ਦਿੱਤਾ। ਤੇ ਜ਼ੋਰ ਤਾਂ ਹੁਣ ਉਹਨਾਂ ਦੇ ਵਿੱਚ ਕਿਸੇ ਤੇ ਨਹੀਂ ਸੀ ਨਾ ਕਿਸੇ ਤੇ ਜ਼ੋਰ ਚੱਲਦਾ, ਕਿਉਂਕਿ ਤਾਕਤ ਵਾਲੇ ਡੰਡੇ ਵਾਲੇ ਆਪਣਾ ਕਾਰਜ ਕਰਦੇ ਆ, ਪਰ ਰੱਬ ਦੇ ਪਿਆਰਿਆਂ ਦਾ ਜਿਹੜਾ ਜ਼ੋਰ ਹੁੰਦਾ ਉਹ ਪ੍ਰਮਾਤਮਾ ਦਾ ਕੀ ਹੁੰਦਾ ਹੈ। ਕਹਿ ਰਹੇ ਨੇ, ਕਹਿੰਦੇ ਹਸਤ ਖੇਲਤ ਤੇਰੇ ਦਿਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ। ਇਹ ਜਾਦਵਾਂ ਦੇ ਭਗਵਾਨ ਕ੍ਰਿਸ਼ਨ ਭਗਵਾਨ ਨੂੰ ਇੱਥੇ ਕਹਿ ਰਹੇ ਨੇ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕੰਬਲੀ ਚਲਿਓ ਪਲਟਾਏ, ਦਿਹੁਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਨਾ ਕਾ ਦਿਹੁਰਾ ਫਿਰ। ਇੱਥੇ ਇੱਕ ਗੱਲ ਥੋੜੀ ਧਿਆਨ ਦੇ ਵਿੱਚ ਰੱਖਿਓ। ਮੈਂ ਪਰਸੋਂ ਪੜ੍ਹ ਰਿਹਾ ਸੀ ਨਾ, ਉਹਦੇ ਵਿੱਚ ਜ਼ਿਕਰ ਆਇਆ, ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ। ਕਹਿੰਦੇ ਵੀ ਜਦੋਂ ਮੰਦਿਰ ਦੇ ਪਿੱਛੇ ਜਾ ਕੇ ਬੈਠੇ ਨਾ, ਭਗਵਾਨ ਦੇਖ ਕੇ ਨਾਮਦੇਵ ਨੂੰ ਬਹੁਤ ਹੱਸੇ ਹੈ। ਜਦੋਂ ਹੱਸੇ ਨਾ ਤੇ ਭਗਤ ਨਾਮਦੇਵ ਜੀ ਨੇ ਖੜਤਾਲਾ ਰੱਖ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ, ਐ ਭਗਵਾਨ, ਮੇਰਾ ਤਾਂ ਤੂੰ ਹੀ ਸੀ, ਤੇਰੇ ਬਿਨਾ ਮੇਰਾ ਹੈ ਹੀ ਕੋਈ ਨਹੀਂ। ਇਹਨਾਂ ਹੰਕਾਰੀਆਂ ਨੇ ਮੈਨੂੰ ਮੰਦਿਰ ਦੇ ਵਿੱਚੋਂ ਕੱਢ ਦਿੱਤਾ। ਕਹਿੰਦਾ ਤੂੰ ਰੱਬ ਦੀ ਬੰਦਗੀ ਨਹੀਂ ਕਰ ਸਕਦਾ, ਉਹਦੀ ਪੂਜਾ ਨਹੀਂ ਕਰ ਸਕਦਾ ਭਗਵਾਨ ਦੀ। ਤੇ ਪ੍ਰਮਾਤਮਾ ਜਦੋਂ ਵਾਰ-ਵਾਰ ਗੱਲਾਂ ਸੁਣ ਕੇ ਹੱਸਦੇ ਆ ਨਾ, ਤੇ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਪਰਮੇਸ਼ਰ, ਜਦੋਂ ਆਪਣੇ ਬਗਾਨੇ ਹੋ ਜਾਣ ਫਿਰ ਬੰਦਾ ਕਿਹਦੇ ਤੇ ਭਰੋਸਾ ਰੱਖੇ। ਮੇਰਾ ਤਾਂ ਸੀ, ਤੂੰ ਵੀ ਮੇਰੀ ਇਹਨਾਂ ਨੇ ਬਦਨਾਮੀ ਕੀਤੀ, ਮੰਦਿਰ ਚੋਂ ਕੱਢਤਾ, ਤੁਸੀਂ ਵੀ ਹੱਸ ਰਹੇ ਹੋ। ਤੁਹਾਡੇ ਤੋਂ ਬਿਨਾਂ ਕਿਹਦੇ ਕੋਲੇ ਪੁਕਾਰ ਕਰਾਂ। ਤੇ ਭਗਵਾਨ ਨੇ ਜਿਹੜੇ ਸ਼ਬਦ ਕਹੇ ਨਾ, ਉਹ ਕਹਿਣ ਲੱਗੇ ਵੀ ਤੈਨੂੰ ਤਾਂ ਇਹਨਾਂ ਨੇ ਅੱਜ ਧੱਕੇ ਮਾਰ ਕੇ ਕੱਢਿਆ, ਜਿੱਦਣ ਦੇ ਹੰਕਾਰੀ ਇੱਥੇ ਆ ਕੇ ਬੈਠੇ ਆ, ਸਿਰਫ ਮੇਰੀ ਅੰਦਰ ਮੂਰਤ ਰੱਖ ਰੱਖੀ ਆ, ਮੈਂ ਵੀ ਬਾਹਰ ਹੀ ਫਿਰਦਾ, ਇਹਨਾਂ ਨੇ ਮੈਨੂੰ ਵੀ ਅੰਦਰ ਨਹੀਂ ਰਹਿਣ ਦਿੱਤਾਗਾ। ਥੋੜਾ ਧਿਆਨ ਦੇਣਾ, ਇੱਥੇ ਗੱਲ ਸਿਰਫ ਉਸ ਬਾਹਰ ਦੀ ਕੀਤੀ ਗਈ ਤੇ ਸਮਝਾਇਆ ਅੰਦਰ ਨੂੰ ਗਿਆ। ਤੇ ਪ੍ਰਮਾਤਮਾ ਨੇ ਵੀ ਬਾਣੀ ਵਿੱਚ, ਗੁਰੂ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਆਇਆ, ਪਾਤਸ਼ਾਹ ਕਹਿਣ ਲੱਗੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਪ੍ਰਮਾਤਮਾ ਦਾ ਤੇ ਹਉਮੈ ਦਾ ਆਪਸ ਦੇ ਵਿੱਚ ਐਡਾ ਕੁ ਵੱਡਾ ਵਿਰੋਧ ਹੈ, ਪ੍ਰਮਾਤਮਾ ਦੇ ਨਾਮ ਦਾ ਹਉਮੈ ਨਾਲ। ਜਿਸ ਭਾਂਡੇ ਵਿੱਚ ਹਉਮੈ ਆਏਗੀ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ, ਤੇ ਜਿੱਥੇ ਰੱਬ ਆ ਉੱਥੇ ਹੰਕਾਰ ਨਹੀਂ ਆਏਗਾ। ਗੁਰਮੁਖੋ, ਜਦੋਂ ਜਿਸ ਭਾਂਡੇ ਵਿੱਚ ਹੰਕਾਰ ਆ ਜਾਂਦਾ, ਹਉਮੈ ਆ ਜਾਂਦੀ ਹੈ, ਇਹ ਹਉਮੈ ਐਡੀ ਕੁ ਵੱਡੀ ਚੀਜ਼ ਹੈ ਜੀ। ਮਹਾਰਾਜ ਨੇ ਬਾਣੀ ਵਿੱਚ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਕਹਿੰਦੇ ਨੇ, ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ ਹੈ ਹਉਮੈ ਦਾ। ਤੇ ਜਿਹਦੇ ਵਿੱਚ ਹਉਮੈ ਆ ਗਈ ਤੇ ਫਿਰ ਹਉਮੈ ਦੇ ਨਾਲ ਆਵਾਗਾਉਣ ਦਾ ਚੱਕਰ ਬੜਿਆ ਰਹਿੰਦਾ। 999 ਅੰਗ ਤੇ ਨਾ ਗੁਰੂ ਅਰਜੁਨ ਦੇਵ ਮਹਾਰਾਜ ਦੇ ਬਚਨ ਨੇ ਮਾਰੂ ਰਾਗ ਦੇ ਅੰਦਰ। ਪਾਤਸ਼ਾਹ ਕਹਿੰਦੇ ਨੇ, ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕੋ ਹੈਰੇ ਉਹਾਂ ਆਵੈ। ਕਹਿੰਦੇ ਜਨਮ ਮਰਨ ਦਾ ਗੇੜ ਵੀ ਉਹਨੂੰ ਪਿਆ ਰਹਿੰਦਾ। ਪਾਤਸ਼ਾਹ ਕਹਿ ਰਹੇ ਨੇ, ਕਹਿੰਦੀ ਜਨ ਕਾ ਰਾਖਾ ਆਪ ਸੁਆਮੀ। ਉਹ ਪਾਰਬ੍ਰਹਮ ਪਰਮੇਸ਼ਰ ਆਪ ਬੰਦਗੀ ਕਰਨ ਵਾਲਿਆਂ ਦਾ ਰਾਖਾ ਉਹ ਆਪ ਹੈ। ਆਪਾਂ ਰੋਜ਼ ਪੜ੍ਹਦੇ ਆ ਗੁਰੂ ਚੌਥੇ ਪਾਤਸ਼ਾਹ ਦੇ ਪਵਿੱਤਰ ਬਚਨ ਨੇ। ਸਤਿਗੁਰੂ ਕਹਿੰਦੇ, ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ।
ਇੱਥੇ ਹੁਣ ਜਿਹੜੀ ਬੰਦਗੀ ਕਰਨ ਵਾਲਿਆਂ ਦੀ ਗੱਲ ਹੈ, ਇੱਥੇ ਭਗਤ ਨਾਮਦੇਵ ਤੇ ਭਗਤ ਪ੍ਰਹਿਲਾਦ ਦਾ ਜ਼ਿਕਰ ਕੀਤਾ ਗਿਆ ਸ਼ਬਦ ਦੇ ਅੰਦਰ। ਇੱਕ ਪਾਸੇ ਭਗਤ ਪ੍ਰਹਿਲਾਦ ਜੀ ਨੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ, ਤੇ ਦੂਸਰੇ ਪਾਸੇ ਇਹਨਾਂ ਦੇ ਪਿਤਾ ਨੇ ਹਰਨਾਕਸ਼। ਹਰਨਾਕਸ਼ ਨੇ ਉਹਦੇ ਵਿੱਚ ਦੇਖੋ ਬੰਦਗੀ ਦੀ ਕੋਈ ਕਮੀ ਨਹੀਂ ਸੀ, ਰੱਬ ਦਾ ਨਾਮ ਜਪਿਆ, ਪ੍ਰਮਾਤਮਾ ਤੋਂ ਵਰ ਵੀ ਲਏ, ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਅੰਦਰ ਨਾ ਬਾਹਰ, ਨਾ ਕਿਸੇ ਸ਼ਾਸਤਰ ਤੋਂ ਨਾ ਆਸਤਰ ਤੋਂ, ਨਾ ਮਨੁੱਖ ਹੋਵੇ ਨਾ ਕੋਈ ਜਾਨਵਰ ਹੋਵੇ, ਵਰ ਲਏ ਹੋਏ ਸੀ। ਪਰ ਗੁਰਮੁਖੋ ਕਈ ਵਾਰ ਇਨਸਾਨ ਬੰਦਗੀ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਉਸ ਪਰਮਾਤਮਾ ਦੇ ਨਾਮ ਦਾ ਇਸਤੇਮਾਲ ਤਾਂ ਇੰਜ ਕਰਨਾ ਸੀ ਵੀ ਮੈਂ ਆਪ ਵੀ ਤਰ ਜਾਵਾਂ ਸੰਸਾਰ ਤੋਂ, ਤੇ ਦੂਜੇ ਜਿਹੜੀ ਮੇਰੀ ਸੰਗਤ ਕਰਨ ਉਹਨਾਂ ਨੂੰ ਵੀ ਤਾਰਾ ਰੱਬ ਦਾ ਰਾਹ ਦਿਖਾ ਕੇ। ਪਰ ਇੱਥੇ ਬੰਦਗੀ ਦੀ ਕਮੀ ਕੋਈ ਨਹੀਂ ਸੀ, ਇਹਦਾ ਇਸਤੇਮਾਲ ਗਲਤ ਹੋ ਗਿਆ, ਰੱਬ ਦਾ ਸ਼ਰੀਕ ਬਣ ਗਿਆ ਜੀ। ਹੁਣ ਜਿੰਨੇ ਵੀ ਨੇ ਸੰਡਾ ਮਰਕਾ ਜਿਹੜੇ ਕੋਡ ਰੱਖੇ ਹੋਏ ਆ ਨਾ ਟੀਚਰ ਨੇ, ਜਿੰਨੇ ਇਹਦੇ ਕੋਲ ਬੱਚੇ ਇਹਨਾਂ ਕੋਲੇ ਪੜ੍ਹਦੇ ਆ ਜਾਂ ਜਿੱਥੇ ਰਹਿੰਦਾ ਇਹਦਾ ਰਾਜ ਪਾ ਗਿਆ, ਇੱਕੋ ਹੀ ਗੱਲ ਕਹਿੰਦਾ ਵੀ ਸਾਰੇ ਲੋਕਾਂ ਦੇ ਵਿੱਚ ਇਹ ਜਪਾਓ, ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈ, ਹਰਨਾਕਸ਼ ਹੋ ਹਰਨਾਕਸ਼ ਤੂੰ ਜਿੱਥੇ ਵੀ ਹੈ ਹਰਨਾਕਸ਼ ਹੀ ਹੈ। ਪਰ ਇਸ ਹਰਨਾਕਸ਼ ਦੇ ਘਰੇ ਨਾ, ਹਰਨਾਕਸ਼ ਇੱਕ ਕਲਰ ਦੀ ਧਰਤੀ ਵਰਗਾ ਹੈ, ਤੇ ਕਲਰ ਦੀ ਧਰਤੀ ਦੇ ਕੁਝ ਪੈਦਾ ਨਹੀਂ ਹੋਇਆ ਕਰਦਾ, ਜੋ ਮਰਜ਼ੀ ਬੀਜ ਦਿਓ ਖਰਾਬ ਸੜ ਜਾਂਦਾ ਹੈ। ਪਰ ਇਸ ਕਲਰ ਦੀ ਧਰਤੀ ਦੇ ਵਿੱਚ ਅੱਜ ਇੱਕ ਕਮਲ ਫੁੱਲ ਪੈਦਾ ਹੋ ਗਿਆ, ਭਗਤ ਪ੍ਰਹਿਲਾਦ, ਜਿਹਨੂੰ ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ। ਭਾਈ ਸਾਹਿਬ ਜੀ ਕਹਿੰਦੇ ਨੇ, ਘਰ ਹਰਨਾਕਸ਼ ਦੈਂਤ ਦੇ ਕਲਰ ਕਮਲ ਭਗਤ ਪ੍ਰਹਿਲਾਦ, ਪੜਨ ਪਠਾਇਆ 64 ਸਾਲ, ਪਾਂਦੇ ਚਿਤ ਹੁਆ ਐਲਾਦ, ਮਨ ਵਿੱਚ ਸਿਮਰੈ ਰਾਮ ਨਾਮ ਗਾਵੇ, ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚੱਟੜੇ, ਪਾਂਦੇ ਹੋਏ ਰਹੇ ਬਿਸਮਾਦ, ਰਾਜੇ ਪਾਸ ਰਵਾਇਆ, ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਕੱਤਿਆ, ਜਲ ਐ ਨਾ ਡੂਬੈ ਗੁਰ ਪ੍ਰਸਾਦ, ਕਾੜ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ, ਨਰ ਸਿੰਘ ਰੂਪ ਅਨੂਪਾ ਨਾਦ, ਮਨ ਮੁਖ ਦੋਖੀ ਪਕੜ ਪਛਾੜਿਆ, ਸੰਤ ਸਹਾਈ ਆਦ ਜੁਗਾਦ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਜਨ ਕਾ ਰਾਖਾ ਆਪ ਸੁਆਮੀ, ਉਹ ਪਾਰ ਬ੍ਰਹਮ ਪਰਮੇਸ਼ਰ ਰੱਖਿਆ ਕਰਨ ਵਾਲਾ ਆਪ ਹੈ। ਸ਼ਬਦ ਥੋੜਾ ਲੰਬੇਰਾ ਹੈ ਜੀ, ਸਤਿਗੁਰੂ ਕਿਰਪਾ ਕਰਨ। ਆਓ, ਸਮੇਂ ਨੇ ਆਪਣਾ ਪੰਧ ਮੁਕਾ ਲਿਆ, ਇੱਥੋਂ ਹੀ ਵਿਚਾਰ ਹੈ ਜਿਹੜੀ ਕੱਲ ਅੰਮ੍ਰਿਤ ਵੇਲੇ ਫੇਰ ਆਪਾਂ ਸਾਂਝੀ ਕਰਾਂਗੇ। ਗੁਰੂ ਸਾਹਿਬ ਨੇ ਜਿੱਥੇ ਕਿਰਪਾ ਵਰਤਾਈ, ਸਤਿਗੁਰੂ ਕਹਿੰਦੇ ਨੇ, ਜਨ ਕਾ ਰਾਖਾ ਆਪ ਸੁਆਮੀ, ਬੇਮੁਖ ਕਹੋ ਆਏ ਪਹੁੰਚੀ ਮੀਚ। ਰੱਖਿਆ ਕਿਵੇਂ ਕਰਦਾ ਆਪਣੇ ਭਗਤਾਂ ਦੀ, ਕਿਵੇਂ ਉਹਨਾਂ ਤੇ ਰਹਿਮਤਾਂ ਵਰਤਾਉਂਦਾ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਆਓ, ਇੱਥੋਂ ਜਿਹੜੀ ਵਿਚਾਰ ਹੈ ਕੱਲ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਸਾਂਝੀ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ਼ਹੀਦ ਸਿੰਘ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਮੇਰੀਆਂ ਭੁੱਲਾਂ ਗਲਤੀਆਂ ਜਾਨਾਂ ਚਤਾਰੜੀਆਂ ਇੱਥੇ ਹੀ ਛੱਡ ਦਿਓ। ਰੱਬੀ ਗੁਰਬਾਣੀ ਨੂੰ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ। ਸਤਿਗੁਰੂ ਜੀ ਸਾਡੀ ਤੁਹਾਡੀ ਹਾਜ਼ਰੀ ਆਪਣੇ ਚਰਨਾਂ ਅੰਦਰ ਪ੍ਰਵਾਨ ਕਰਨ। ਆਓ ਜੀ, ਆਨੰਦ ਸਾਹਿਬ ਜੀ ਦਾ ਜਾਪ ਉਪਰੰਤ ਅਰਦਾਸ ਬੇਨਤੀ। ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀ ਦੇਗ ਵਰਤੇਗੀ। ਬੜੇ ਹੀ ਅਦਬ ਸਹਿਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀਆਂ ਆਪਾਂ ਸਾਰਿਆਂ ਦੇ ਖੁਸ਼ੀਆਂ ਲੈਣ ਦਾ ਯਤਨ ਕਰਨਾ। ਆਪ ਜੀ ਅਸੀਸ ਬਖਸ਼ਿਓ। ਗੁਰੂ ਸਾਹਿਬ ਇਸੇ ਤਰ੍ਹਾਂ ਆਪਦੇ ਦਰ ਘਰ ਦੀ ਗੁਰਮਤਿ ਗੁਰੂ ਸੇਵਾ, ਪੰਥ ਦੀ ਸੇਵਾ ਸਤਿਗੁਰੂ ਰਹਿੰਦੇ ਸਵਾਸਾਂ ਤੱਕ ਆਪ ਵਿੱਚ ਵਰਤ ਕੇ ਲੈਂਦੇ ਰਹਿਣ। ਅਸੀਸਾਂ ਬਖਸ਼ੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਦੇਹੋ ਸਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸਿਉ ਮੇਲ। ਨਿੰਦਕ ਕੀ ਅਦ ਬੀਚ, ਜਨ ਕਾ ਰਾਖਾ ਆਪ ਸੁਆਮੀ।
ਬੇਮੁਖ ਕਾ ਆਏ ਪਹੁੰਚੀ ਮੀਚ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਨ ਆਈਆ। ਤੂੰ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ। ਕਹਿ ਨਾ